ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਸਾਹਿਬ ਜੀ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਧੋਹ ਨਹੀਂ ਤਹ ਠਾਉ। ਨਾ ਤਸਵੀਸ ਖਰਾਜ ਨ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਆਪ ਮੋਹੇ ਖੂਬ ਬਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ, ਦੋ ਮਨਾ ਸੇਮ ਏਕ ਸੋ ਆਹੀ। ਆਬਾਦਾਨ ਸਦਾ ਮਸ਼ਹੂਰ, ਊਹਾਂ ਗਣੀ ਵਸਹਿ ਮਾਮੂਰ। ਤਿਉ ਤਿਉ ਸੈਲ ਕਰਹਿ ਜੋ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ। ਕਹਿ ਰਵਿਦਾਸ ਖਲਾਸ ਜਮਾਰਾ, ਜੋ ਹਮ ਸਹਰੀ ਸੋ ਮੀਤ ਹਮਾਰਾ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਕਥਾ ਵਿਚਾਰਾਂ ਵਿੱਚ ਜੁੜਨ ਤੋਂ ਪਹਿਲਾਂ ਰਸਨਾ ਨੂੰ ਕਰ ਪਵਿੱਤਰ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਪਾਵਨ ਸ਼ਬਦ ਆਪਾਂ ਸਰਵਣ ਕੀਤਾ ਹੈ, ਭਗਤ ਰਵਿਦਾਸ ਜੀ ਦੇ ਪਾਵਨ ਮੁਖਾਰਬਿੰਦ ਉਚਾਰਨ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 345 ਤੇ ਰਾਗ ਗੌੜੀ ਵਿੱਚ ਦਰਜ ਹੈ। ਭਗਤ ਰਵਿਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 40 ਸ਼ਬਦ ਹਨ, ਜੋ 16 ਰਾਗਾਂ ਦੇ ਵਿੱਚ ਦਰਜ ਹਨ। ਭਗਤ ਰਵਿਦਾਸ ਜੀ ਦੇ ਜੇਕਰ ਜੀਵਨ ਬਾਰੇ ਦੇਖਿਆ ਜਾਵੇ ਤਾਂ ਭਗਤ ਰਵਿਦਾਸ ਜੀ ਦਾ ਜਨਮ 1377 ਈਸਵੀ ਦੇ ਵਿੱਚ ਬਨਾਰਸ ਵਿਖੇ ਪਿਤਾ ਸੰਤੋਖ ਦਾਸ ਅਤੇ ਮਾਤਾ ਕਲਸਾ ਦੇਵੀ ਦੀ ਕੁੱਖੋਂ ਹੋਇਆ। ਭਗਤ ਰਵਿਦਾਸ ਜੀ ਭਗਤ ਕਬੀਰ ਦੇ ਸਮਕਾਲੀ ਸਨ, ਜੋ ਉਸ ਸਮੇਂ ਸਮਾਜ ਨੂੰ ਜਾਤਾਂ ਦੇ ਵਿੱਚ ਵੰਡਿਆ ਗਿਆ ਸੀ। ਤਾਂ ਭਗਤ ਰਵਿਦਾਸ ਜੀ ਜਮਾਤ ਜਾਤੀ ਨਾਲ ਸੰਬੰਧ ਰੱਖਦੇ ਸਨ, ਭਾਵ ਕਿ ਚਮੜੇ ਦਾ ਕੰਮ ਕਰਦੇ ਸਨ, ਜੁੱਤੀਆਂ ਗੰਢਣ ਦਾ ਕੰਮ ਕਰਦੇ ਸਨ। ਕਿੱਤੇ ਵਜੋਂ ਭਗਤ ਰਵਿਦਾਸ ਜੀ ਨੂੰ ਚਮਾਰ ਸ਼ਬਦ ਹੈ ਉਹ ਵਰਤਿਆ ਜਾਂਦਾ ਹੈ। ਭਗਤ ਰਵਿਦਾਸ ਜੀ ਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਗਈ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਆਪਣੀਆਂ ਪਾਵਨ ਵਾਰਾਂ ਦੇ ਵਿੱਚ 10ਵੀਂ ਵਾਰ ਵਿੱਚ ਉਚਾਰਨ ਕਰਦੇ ਹਨ, ਭਗਤ ਭਗਤ ਜਗ ਵੱਜਿਆ ਤਹ ਚੱਕਾਂ ਦੇ ਵਿੱਚ ਮਰੇਟਾ। ਪਾਣਾ ਗੰਢੈ ਰਾਹ ਵਿੱਚ ਖੁੱਲਾ ਧਰਮ ਤੋਏ ਢੋਰ ਸਮੇਟਾ। ਕਿ ਚਾਰੇ ਪਾਸੇ ਚਾਰੇ ਜੱਗਾਂ ਦੇ ਵਿੱਚ ਭਗਤ ਰਵਿਦਾਸ ਜੀ ਦੀ ਜੈ ਜੈਕਾਰ ਹੋਣ ਲੱਗ ਗਈ। ਤੇ ਕੁਲ ਦੇ ਆਧਾਰ ਤੇ ਜੋ ਪਹਿਲਾਂ
ਕੀਤਾ ਚੱਲਦਾ ਸੀ, ਭਾਵ ਕਿ ਮਰੇ ਪਸ਼ੂਆਂ ਨੂੰ ਢੋਣ ਦਾ ਤੇ ਜੁੱਤੀਆਂ ਗੰਢਣ ਦਾ ਉਹ ਕੰਮ ਭਗਤ ਰਵਿਦਾਸ ਜੀ ਕਰਦੇ ਸਨ। ਭਾਈ ਗੁਰਦਾਸ ਜੀ ਦੱਸਦੇ ਨੇ ਕਿ ਭਗਤ ਰਵਿਦਾਸ ਜੀ ਨੇ ਆਪਣਾ ਕਿੱਤਾ ਨਹੀਂ ਛੱਡਿਆ, ਭਾਵ ਕਿ ਜਿਸ ਤਰ੍ਹਾਂ ਜੁੱਤੀਆਂ ਨੂੰ ਗੰਢਦੇ ਸਨ, ਆਪਣੇ ਮਨ ਨੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਨ ਦੇ ਨਾਮ ਦੇ ਨਾਲ ਗੰਢਦੇ ਸਨ। ਸੋ ਭਗਤ ਰਵਿਦਾਸ ਜੀ ਦਾ ਜੀਵਨ, ਜਿਸ ਵਿੱਚੋਂ ਸਾਨੂੰ ਅਨੇਕਾਂ ਸਾਖੀਆਂ ਮਿਲਦੀਆਂ ਹਨ, ਉਹਨਾਂ ਦੇ ਅਨੇਕਾਂ ਜੀਵਨ ਬਿਰਤਾਂਤ ਮਿਲਦੇ ਹਨ ਕਿ ਕਿਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਆਪਣੇ ਜੀਵਨ ਦੇ ਦੌਰਾਨ, ਭਾਵੇਂ ਕਿ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ ਉਹਨਾਂ ਨੂੰ ਨੀਵੀਂ ਜਾਤ ਦਾ ਸਮਝ ਕੇ ਦੁਰਕਾਰਿਆ ਗਿਆ, ਪਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਆਪਣੀ ਨੀਵੀਂ ਜਾਤ ਦੇ ਵਿੱਚੋਂ ਉੱਠ ਕੇ ਉਹਨਾਂ ਨੇ ਜੋ ਬ੍ਰਾਹਮਣ ਜਾਤ ਸੀ, ਬ੍ਰਾਹਮਣਾਂ ਨੂੰ ਸਬਕ ਸਿਖਾਇਆ, ਭਾਵ ਕਿ ਊਚ ਨੀਚ ਭੇਦ ਭਾਵ ਨੂੰ ਦੂਰ ਕੀਤਾ। ਭਗਤ ਰਵਿਦਾਸ ਜੀ ਦੇ ਜੀਵਨ ਵਿੱਚੋਂ ਕਿ ਜਦੋਂ ਬਨਾਰਸ ਵਿਖੇ ਗੰਗਾ ਤੇ, ਭਾਵ ਕਿ ਅਭੀਜ ਨਛੱਤਰਾਂ ਦਾ ਮੇਲਾ ਸੀ, ਤਾਂ ਸੰਗਤ ਉਸ ਮੇਲੇ ਤੇ ਗੰਗਾ ਨੂੰ ਨਹਾਉਣ ਵਾਸਤੇ, ਇਸ਼ਨਾਨ ਕਰਨ ਵਾਸਤੇ ਜਾ ਰਹੀ ਸੀ। ਤਾਂ ਭਗਤ ਰਵਿਦਾਸ ਜੀ ਦੇ ਕੋਲ ਇੱਕ ਬ੍ਰਾਹਮਣ ਆਇਆ। ਤਾਂ ਭਗਤ ਰਵਿਦਾਸ ਜੀ ਨੇ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ? ਤਾਂ ਗੱਲਬਾਤ ਦੇ ਦੌਰਾਨ ਪਤਾ ਲੱਗਾ ਕਿ ਅਸੀਂ ਸਾਰੇ ਜਾਣੇ ਗੰਗਾ 'ਚ ਇਸ਼ਨਾਨ ਕਰਨ ਵਾਸਤੇ ਜਾ ਰਹੇ ਹਾਂ। ਤਾਂ ਭਗਤ ਰਵਿਦਾਸ ਜੀ ਨੇ ਆਪਣਾ ਇੱਕ ਕਸੀਰਾ, ਭਾਵ ਕਿ ਕੌਡੀਆਂ ਦਾ ਗੁੱਛਾ ਬ੍ਰਾਹਮਣ ਨੂੰ ਦਿੱਤਾ ਕਿ ਤੁਸੀਂ ਜਾ ਕੇ ਗੰਗਾ ਨੂੰ ਇਹ ਭੇਟਾ ਕਰਨਾ। ਅਸੀਂ ਸੰਸਾਰ ਦੇ ਵਿੱਚ ਦੇਖਦੇ ਹਾਂ ਕਿ ਅਸੀਂ ਕੋਈ ਵੀ ਚੀਜ਼ ਭੇਟਾ ਕਰਨ ਜਾਂਦੇ ਹਾਂ ਤਾਂ ਅਸੀਂ ਰੱਖ ਕੇ ਜਾਂ ਉਸ ਜਲ ਦੇ ਵਿੱਚ ਪ੍ਰਵਾਹ ਕਰਕੇ ਆ ਜਾਂਦੇ ਹਾਂ। ਤਾਂ ਬ੍ਰਾਹਮਣ ਨੂੰ ਭਗਤ ਰਵਿਦਾਸ ਜੀ ਨੇ ਕਿਹਾ ਕਿ ਭੇਟਾ ਤਾਂ ਕਰਨਾ ਹੈ ਜੇਕਰ ਗੰਗਾ ਆਪ ਖੁਦ ਹੱਥ ਕੱਢ ਕੇ ਇਸ ਭੇਟਾ ਨੂੰ ਸਵੀਕਾਰ ਕਰੇ। ਤਾਂ ਬ੍ਰਾਹਮਣ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਰਵਿਦਾਸ ਜੀ ਨੇ ਇਹ ਵਚਨ ਕਿਹਾ ਹੈ। ਤਾਂ ਇਸ ਤਰ੍ਹਾਂ ਜਦੋਂ ਗੰਗਾ ਦੇ ਕਿਨਾਰੇ ਪਹੁੰਚੇ, ਬ੍ਰਾਹਮਣ ਨੇ ਪਹਿਲਾਂ ਆਪਣੀ ਭੇਟਾ ਗੰਗਾ ਨੂੰ ਸਵੀਕਾਰ ਕਰਾਈ, ਭਾਵ ਕਿ ਗੰਗਾ ਦੇ ਜਲ ਦੇ ਵਿੱਚ ਪ੍ਰਵਾਹ ਕਰ ਦਿੱਤੀ, ਅਤੇ ਆਲੇ ਦੁਆਲੇ ਦੇ ਜੋ ਲੋਕ ਸੀ ਉਹ ਵੀ ਆਪਣੇ ਜਿਵੇਂ ਪਤਾਸੇ, ਫੁੱਲ ਆਦਿਕ ਗੰਗਾ ਨੂੰ ਭੇਟਾ ਕਰ ਰਹੇ ਸਨ। ਤਾਂ ਅਖੀਰ ਤੇ ਯਾਦ ਆਇਆ ਕਿ ਭਗਤ ਰਵਿਦਾਸ ਜੀ ਨੇ ਜੋ ਕਸੀਰਾ ਦਿੱਤਾ ਹੈ ਉਸ ਨੂੰ ਗੰਗਾ ਨੂੰ ਭੇਟਾ ਕਰਨਾ ਹੈ। ਤਾਂ ਬ੍ਰਾਹਮਣ ਨੇ ਕਿਹਾ ਕਿ ਇਹ ਗੰਗਾ, ਭਗਤ ਰਵਿਦਾਸ ਜੀ ਨੇ ਇਹ ਕਸੀਰਾ ਦਿੱਤਾ ਹੈ ਤੁਹਾਨੂੰ ਭੇਟਾ ਕਰਨ ਵਾਸਤੇ, ਇਸ ਨੂੰ ਸਵੀਕਾਰ ਕਰੋ। ਤਾਂ ਭਗਤ ਰਵਿਦਾਸ ਜੀ ਦਾ ਕਸੀਰਾ ਗੰਗਾ ਨੇ ਆਪ, ਉਸ ਸਮੇਂ ਜੋ ਕੌਤਕ ਹੈ ਕਿ ਪ੍ਰਭੂ ਦੇ ਗੈਬੀ ਹੱਥ ਨਿਕਲਿਆ ਤੇ ਉਸ ਹੱਥ ਨੇ ਭਗਤ ਰਵਿਦਾਸ ਜੀ ਦਾ ਕਸੀਰਾ ਸੀ ਉਹ ਸਵੀਕਾਰ ਕੀਤਾ। ਤਾਂ ਚਾਰੇ ਪਾਸੇ ਦੇਖਿਆ ਗਿਆ ਕਿ ਕਿਸ ਤਰ੍ਹਾਂ ਇੱਕ ਗੈਬੀ ਹੱਥ ਗੰਗਾ ਦੇ ਵਿੱਚੋਂ ਨਿਕਲਦਾ ਹੈ ਤੇ ਭਗਤ ਰਵਿਦਾਸ ਦਾ ਕਸੀਰਾ ਸਵੀਕਾਰ ਕਰਦਾ ਹੈ। ਤਾਂ ਭਾਈ ਗੁਰਦਾਸ ਜੀ ਦੱਸਣਾ ਕਰਦੇ ਨੇ ਕਿ ਕੱਢ ਲਿਆ ਕਸੀਰਾ ਹੱਥ ਕੱਢ ਕਿ ਗੰਗਾ ਨੇ ਆਪਣਾ ਹੱਥ ਕੱਢ ਕੇ ਉਸ ਕਸੀਰੇ ਨੂੰ ਸਵੀਕਾਰ ਕਰ ਲਿਆ। ਤਾਂ ਇਸ ਤਰ੍ਹਾਂ ਹੀ ਭਗਤ ਰਵਿਦਾਸ ਜੀ ਦੀ ਪ੍ਰਸਿੱਧੀ ਚਾਰੇ ਪਾਸੇ, ਚਾਰੇ ਯੁੱਗਾਂ ਦੇ ਵਿੱਚ ਪਸਰ ਗਈ ਤੇ ਭਗਤ ਰਵਿਦਾਸ ਦੀ ਜੈ ਜੈਕਾਰ ਹੋਣ ਲੱਗ ਗਈ। ਇਹ ਸਭ ਕੁਝ ਹੁੰਦਿਆਂ ਹੋਇਆਂ ਚਿਤੌੜ ਦੀ ਰਾਣੀ ਰਾਣੀ ਦਾ ਨਾਮ ਹੈ ਝਾਜੀ, ਉਹ ਵੀ ਭਗਤ ਜੀ ਦੇ ਸ਼ਰਧਾਲੂ ਬਣ ਗਈ ਤੇ ਭਗਤ ਰਵਿਦਾਸ ਜੀ ਨੂੰ ਆਪਣੇ ਗ੍ਰਹਿ ਵਿਖੇ, ਆਪਣੇ ਮਹਿਲਾਂ ਦੇ ਵਿੱਚ ਬ੍ਰਹਮ ਭੋਜ ਕਰਨ ਵਾਸਤੇ ਬੁਲਾਉਂਦੀ ਹੈ। ਜਿੱਥੇ ਭਗਤ ਰਵਿਦਾਸ ਜੀ ਨੂੰ ਨਿਮੰਤਰਣ ਭੇਜਿਆ ਗਿਆ, ਸੱਦਾ ਭੇਜਿਆ ਗਿਆ, ਉੱਥੇ ਹੀ ਬ੍ਰਾਹਮਣਾਂ ਨੂੰ ਵੀ ਸੱਦਾ ਭੇਜਿਆ ਗਿਆ ਕਿ ਸਾਡੇ ਮਹਿਲਾਂ ਦੇ ਵਿੱਚ ਆ ਕੇ ਬ੍ਰਹਮ ਭੋਜ ਕੀਤਾ ਜਾਵੇ। ਤਾਂ ਜਦੋਂ ਭਗਤ ਰਵਿਦਾਸ ਜੀ ਮਹਿਲਾਂ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਬ੍ਰਾਹਮਣ ਭਗਤ ਰਵਿਦਾਸ ਜੀ ਨੂੰ ਦੇਖ ਕੇ ਹੱਕੇ ਰਹਿ ਜਾਂਦੇ ਨੇ, ਭਾਵ ਕਿ ਇਹ ਨੀਵੀਂ ਜਾਤ ਦਾ ਕਿਸ ਤਰ੍ਹਾਂ ਇਸ ਮਹਿਲ ਦੇ ਵਿੱਚ ਆਇਆ ਤੇ ਸਾਡੇ ਨਾਲ ਬ੍ਰਹਮ ਭੋਜ ਕਰੇਗਾ। ਤਾਂ ਭਗਤ ਰਵਿਦਾਸ ਜੀ ਨੇ ਕੁਝ ਨਹੀਂ ਕਿਹਾ ਤੇ ਅਖੀਰ ਤੇ ਇੱਕ ਪਾਸੇ ਹੋ ਕੇ ਬਹਿ ਗਏ। ਤਾਂ ਅਕਾਲ ਪੁਰਖ ਵਾਹਿਗੁਰੂ ਨੇ ਕੌਤਕ ਰਚਨਾ ਸੀ, ਆਪਣੇ ਭਗਤ ਨੂੰ ਵਡਿਆਈ ਦੇਣੀ ਸੀ। ਤਾਂ ਉਸ ਵਡਿਆਈ ਦੇ ਕਰਕੇ ਜਦੋਂ ਬ੍ਰਾਹਮਣ ਭੋਜਨ ਕਰਨ ਲੱਗੇ ਤਾਂ ਬ੍ਰਾਹਮਣ ਨੇ ਆਪਣੇ ਆਲੇ ਦੁਆਲੇ ਦੇਖਿਆ ਅਤੇ ਹਵਾ ਕਰਨ ਲੱਗੇ ਕਿ
ਹਰੇ ਹਰੇ ਸਾਡੇ ਨਾਲ ਰਵਿਦਾਸ ਬੈਠਾ ਹੈ। ਅਕਾਲ ਪੁਰਖ ਵਾਹਿਗੁਰੂ ਨੇ ਕੌਤਕ ਰਚਾਇਆ ਕਿ ਬ੍ਰਾਹਮਣਾਂ ਦੇ ਇਰਦ ਗਿਰਦ ਭਗਤ ਰਵਿਦਾਸ ਜੀ ਨੇ ਅਨੇਕਾਂ ਹੀ ਮੂਰਤੀਆਂ ਬਣ ਗਿਆ, ਭਾਵ ਕੇ ਚਾਰੇ ਪਾਸੇ ਭਗਤ ਰਵਿਦਾਸ ਜੀ ਦਿਸਣ ਲੱਗ ਗਿਆ। ਤਾਂ ਇਹ ਭਗਤ ਰਵਿਦਾਸ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਉਸ ਪਰਮੇਸ਼ਰ ਨੇ ਵਡਿਆਈ ਦਿੱਤੀ ਕਿ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਨੇ, ਇਸ ਸੰਸਾਰ ਦੇ ਵਿੱਚ ਭਾਵੇਂ ਕਿ ਉਹਨਾਂ ਨੂੰ ਦੁਰਕਾਰਿਆ ਜਾਂਦਾ ਹੈ, ਉਹਨਾਂ ਦੇ ਨਾਲ ਭੇਦਭਾਵ ਕੀਤਾ ਜਾਂਦਾ ਹੈ, ਪਰ ਉਹ ਪਰਮੇਸ਼ਰ ਆਪ ਉਹਨਾਂ ਦੀ ਰੱਖਿਆ ਕਰਦਾ ਹੈ, ਆਪ ਉਹਨਾਂ ਨੂੰ ਆਪਣੇ ਨਾਮ ਨਾਲ ਜੋੜ ਕੇ ਆਪਣੇ ਨਾਮ ਦੀ ਵਡਿਆਈ ਉਹਨਾਂ ਨੂੰ ਬਖਸ਼ਦਾ ਹੈ। ਸੋ ਇਸ ਪਾਵਨ ਸ਼ਬਦ ਦੁਆਰਾ ਭਗਤ ਰਵਿਦਾਸ ਜੀ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋਣ ਵਾਸਤੇ, ਉਸ ਅਕਾਲ ਪੁਰਖ ਵਾਹਿਗੁਰੂ ਤੱਕ ਪਹੁੰਚਣ ਵਾਸਤੇ ਜੋ ਅਵਸਥਾ, ਜਿਸ ਤਰ੍ਹਾਂ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਰਮੇਸ਼ਰ ਦਾ ਨਾਮ ਜਪਦਿਆਂ ਜਗਿਆਸੂ ਇੱਕ ਪੌੜੀ ਦਰ ਪੌੜੀ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਲੀਨ ਹੁੰਦਾ ਹੈ। ਜਿਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਦੇਖਿਆ ਜਾਵੇ, ਸ਼ਿਵਪੁਰੀ, ਬ੍ਰਹਮਪੁਰੀ ਤੇ ਵਿਸ਼ਨਪੁਰੀ ਆਦਿਕ ਪੁਰੀਆਂ ਨੂੰ ਮੰਨਿਆ ਗਿਆ ਹੈ ਕਿ ਇਹਨਾਂ ਪੁਰੀਆਂ ਦੇ ਦੁਆਰਾ ਜੋ ਰਾਮ ਹੈ ਇਸ ਸੰਸਾਰ ਦੇ ਵਿੱਚ ਅਤੇ ਇਸ ਪੂਰੀ ਲੋਕਾਈ ਦੇ ਵਿੱਚ ਸਰਬ ਵਿਆਪਕ ਰਮਿਆ ਹੋਇਆ, ਉਸ ਤੱਕ ਪਹੁੰਚਿਆ ਜਾ ਸਕਦਾ ਹੈ। ਤੇ ਇਸਲਾਮ ਧਰਮ ਦੇ ਵਿੱਚ ਜੋ ਸੂਫੀ ਮਤ ਹੈ, ਉਸ ਵਿੱਚ ਚਾਰ ਅਵਸਥਾਵਾਂ ਜੋ ਅਧਿਆਤਮਿਕ ਅਵਸਥਾਵਾਂ ਹਨ, ਉਹਨਾਂ ਦੇ ਦੁਆਰਾ ਉਸ ਅਕਾਲ ਪੁਰਖ ਅੱਲਾਹ ਵਾਹਿਗੁਰੂ ਤੱਕ ਪਹੁੰਚਿਆ ਜਾ ਸਕਦਾ ਹੈ, ਜਿਸ ਵਿੱਚ ਸ਼ਰੀਅਤ, ਤਰੀਕਤ, ਮਾਰਫਤ ਤੇ ਹਕੀਕਤ। ਜੋ ਹਕੀਕਤ ਹੈ, ਜਿਸ ਵਿੱਚ ਮਨੁੱਖ ਦੇ ਜਗਿਆਸੂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਸ ਅਵਸਥਾ ਨੂੰ ਇਸ ਪਾਵਨ ਸ਼ਬਦ ਦੁਆਰਾ ਭਗਤ ਰਵਿਦਾਸ ਦੱਸਣਾ ਕਰਦੇ ਨੇ। ਸੋ ਇਸੇ ਤਰ੍ਹਾਂ ਹੀ ਗੁਰਮਤਿ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਪਜੀ ਸਾਹਿਬ ਵਿੱਚ 5 ਖੰਡਾਂ ਦੀ ਗੱਲ ਕਰਦੇ ਨੇ, ਜਿਨ੍ਹਾਂ 5 ਖੰਡਾਂ ਦੇ ਵਿੱਚ ਧਰਮ ਖੰਡ, ਗਿਆਨ ਖੰਡ, ਸਰਬ ਖੰਡ, ਕਰਮ ਖੰਡ ਤੇ ਅਖੀਰ ਤੇ ਸੱਚ ਖੰਡ। ਜੋ ਚੌਥੀ ਅਵਸਥਾ ਹੈ ਕਰਮ ਖੰਡ ਦੀ, ਉਸ ਅਵਸਥਾ ਦੇ ਦੌਰਾਨ ਹੀ ਉਸ ਅਵਸਥਾ ਦਾ ਜ਼ਿਕਰ ਭਗਤ ਰਵਿਦਾਸ ਜੀ ਇਸ ਪਾਵਨ ਸ਼ਬਦ ਦੁਆਰਾ ਕਰਦੇ ਹਨ ਕਿ ਕਰਮ ਖੰਡ ਕੀ ਹੈ, ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਉਚਾਰਨ ਕਰਦੇ ਹਨ, ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ, ਕਿ ਇਹ ਅਵਸਥਾ ਬਖਸ਼ਿਸ਼ ਦੀ ਅਵਸਥਾ ਹੈ, ਜਿੱਥੇ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਿਆ ਜਾਂਦਾ ਹੈ। ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੇ ਜਾਹੇ, ਨਾ ਉਹ ਮਰਹਿ ਠਾਗੇ ਜਾਹੇ। ਕਿ ਅਜਿਹੀ ਅਵਸਥਾ ਹੈ ਜਿਸ ਵਿੱਚ ਨਾ ਤਾਂ ਆਤਮਿਕ ਮੌਤ ਆਉਂਦੀ ਹੈ ਤੇ ਨਾ ਹੀ ਇਸ ਅਵਸਥਾ ਦੇ ਵਿੱਚ ਕੋਈ ਠੱਗਿਆ ਜਾਂਦਾ ਹੈ। ਤੇ ਤਿੱਥਾ ਭਗਤ ਵਸੇ ਕੇ ਲੋਕ, ਤੇ ਇੱਥੇ ਅਨੇਕਾਂ ਹੀ ਭਾਵਨਾ ਦੇ ਲੋਕ, ਅਨੇਕਾਂ ਹੀ ਭਾਵਨਾ ਦੇ ਭਗਤ ਵਸਦੇ ਹਨ। ਇਸ ਅਵਸਥਾ ਨੂੰ ਕਰਮ ਖੰਡ ਕਿਹਾ ਹੈ। ਸੋ ਭਗਤ ਰਵਿਦਾਸ ਜੀ ਇਸ ਪਾਵਨ ਸ਼ਬਦ ਦੁਆਰਾ ਦੱਸਦੇ ਨੇ, ਇਸ ਅਵਸਥਾ ਨੂੰ ਸਮਝਣ ਵਾਸਤੇ ਸੰਸਾਰੀ ਜੀਵਾਂ ਦੀ ਜੋ ਬੁੱਧੀ ਹੈ ਉਹ ਕੰਮ ਨਹੀਂ ਕਰ ਸਕਦੀ, ਕਿਉਂਕਿ ਇਸ ਅਵਸਥਾ ਨੂੰ ਸਮਝਣ ਵਾਸਤੇ ਉਸ ਅਵਸਥਾ ਦੇ ਵਿੱਚ ਆਉਣਾ ਪਵੇਗਾ। ਜਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਵਿੱਚ ਉਚਾਰਨ ਕਰਦੇ ਹਨ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਕਿ ਜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਉਸ ਬ੍ਰਹਮ ਗਿਆਨ ਨੂੰ ਜਾਣਨਾ ਹੈ ਤਾਂ ਬ੍ਰਹਮ ਗਿਆਨੀ ਦੇ ਬ੍ਰਹਮ ਗਿਆਨ ਨਾਲ ਸਾਂਝ ਪਾਉਣ ਵਾਸਤੇ ਨਾਮ ਸਿਮਰਨਾ ਪਵੇਗਾ। ਸੋ ਭਗਤ ਰਵਿਦਾਸ ਜੀ ਉਚਾਰਨ ਕਰਦੇ ਹਨ, ਜੋ ਰਹਾਉ ਵਾਲਾ ਬੰਦ ਹੈ, ਅਬ ਮੋਹੇ ਖੂਬ ਬਦਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ ਰਹਾਉ। ਭਗਤ ਰਵਿਦਾਸ ਜੀ ਉਚਾਰਨ ਕਰਦੇ ਹਨ ਕਿ हे ਭਾਈ, ਅਬ ਕਿ ਹੁਣ ਮੈਂ ਉਹ ਅਵਸਥਾ, ਉਹ ਥਾਂ, ਉਹ ਜਗ੍ਹਾ ਮੈਂ ਪ੍ਰਾਪਤ ਕਰ ਲਈ ਹੈ ਕਿ ਜਿੱਥੇ ਸਦਾ ਹੀ ਖੁਸ਼ਾਮਦੀ ਹੈ, ਸੁਖ ਹੈ, ਜਿੱਥੇ ਕੋਈ ਵੀ ਦੁੱਖ ਨਹੀਂ ਹੈ, ਉਸ ਵਤਨ ਨੂੰ, ਉਸ ਜਗ੍ਹਾ ਨੂੰ ਮੈਂ ਪ੍ਰਾਪਤ ਕਰ ਲਿਆ ਹੈ। ਉਹਾਂ ਖੈਰ ਸਦਾ ਮੇਰੇ ਭਾਈ, ਕੇ ਸਦਾ ਹੀ ਉੱਥੇ ਖੁਸ਼ਾਮਦੀ ਹੈ, ਸੁਖ ਹੀ ਸੁਖ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਧੋ ਨਹੀਂ ਤਹ ਠਾਉ। ਕਿ ਉਸ ਅਵਸਥਾ ਦਾ, ਉਸ ਸ਼ਹਿਰ ਰੂਪੀ ਅਵਸਥਾ ਦਾ ਨਾਮ ਕੀ ਹੈ? ਬੇਗਮ, ਭਾਵ ਕਿ ਗਮ ਤੋਂ ਰਹਿਤ, ਜਿੱਥੇ ਕੋਈ ਦੁੱਖ ਨਹੀਂ ਹੈ, ਕੋਈ ਪਾਪ ਨਹੀਂ ਹੈ। ਦੁਖ ਅੰਦੋਹ ਨਹੀਂ ਤਹ ਠਾਉ, ਅੰਦੋਹ ਦਾ ਅਰਥ ਹੈ ਚਿੰਤਾ।
जिथे जिथे कोई भी दुख चिंता हो नहीं सकती, उस स्थान उस अवस्था ਨੂੰ मैं प्राप्त कर लिया है। ना तसवीस खिराज ना माल, खौफ ना खता ना तरस जवाल। तसवीस का अर्थ है कि उथे कोई भी कर्म सूली नहीं है। भगत रविदास जी उच्चारण करते हैं कि जिस तरह संसार ਦੇ ਵਿੱਚ ਅਸੀਂ ਰਹਿੰਦੇ ਹਾਂ, ਆਪਣੀ ਸੰਪत्ति ਦਾ ਟੈਕਸ ਦਿੰਦੇ ਹਾਂ, ਆਪਣੀਆਂ ਕਾਰਾਂ ਦਾ ਆਪਣੇ ਰੁਜ਼ਗਾਰ ਦੇ ਦੌਰਾਨ ਅਸੀਂ ਸਰਕਾਰ ਨੂੰ ਟੈਕਸ ਕਰਦੇ ਹਾਂ, ਤਾਂ ਭਗਤ ਰविदास ਜੀ ਉਚਾਰਨ ਕਰਦੇ ਹਨ ਨਾ ਤਸਵੀਸ ਖਰਾਜ ਨਾ ਮਾਲ, ਕਿ ਉੱਥੇ ਕੋਈ ਵੀ ਟੈਕਸ ਨਹੀਂ ਹੈ, ਕੋਈ ਵੀ ਸੰਪत्ति ਦਾ ਟੈਕਸ ਨਹੀਂ ਹੈ। ਖੌਫ ਨਾ ਖਤਾ ਨਾ ਤਰਸ ਜਵਾਲ, ਖੌਫ ਦਾ ਭਾਵ ਹੈ ਡਰ, ਖਤਾ ਦਾ ਭਾਵ ਹੈ ਕਿ ਪਾਪ, कि उथे कोई भी पाप नहीं है, कोई भी डर नहीं है, ते कोई भी उथे किसी चीज का घाटा नहीं है कि असीं डरते थे कि उथे कोई साडे नाल कोई घाटा होवेगा। सो भगत रविदास दसना करते हैं कि मैं अजिही अवस्था के शहर विच रहिंदा हां जिथे ना तां कोई टैक्स है ते ना ही कोई पाप है, ना डर है, ना किसी चीज का घाटा है कि जिस तो डरिया जा सके। कायम दायम सदा पातशाही, दो मना सेम एक सुहाही। कायम का अर्थ है स्थिर, कि सदा ही उथे सदा ही पातशाही, एक अकाल पुरख वाहिगुरु की पातशाही है, ते उथे कोई भी वितकरा नहीं है। दो मना सेम एक सुहाही, भाव के उथे कोई दूजा तीजा दर्जा नहीं है। जिस तरह इस संसार के विच देखते हैं कि यह VIP है, यह उच्चा है, नीवा है। भगत रविदास जी उस आत्मिक अवस्था, उस अध्यात्मिक अवस्था ਨੂੰ ਬਿਆਨ ਕਰਦੇ ਹਨ कि जिस अवस्था ਦੇ ਵਿੱਚ ਨਾਮ ਜਪ ਕੇ ਅਪੜਿਆ ਜਾਂਦਾ ਹੈ, ਉੱਥੇ ਕੋਈ ਵੀ ਦੂਜਾ ਤੀਜਾ ਦਰਜਾ ਨਹੀਂ ਹੈ, ਸਾਰੇ ਇੱਕ ਸਮਾਨ ਨੇ। ਆਬਾਦਾਨ ਸਦਾ ਮਸ਼ਹੂਰ, ਉਹਾਂ ਗਣੀ ਵਸੇ ਮਾਮੂਰ। ਆਬਾਦਾਨ ਦਾ ਅਰਥ ਹੈ ਸੰਗਣੀ ਵਸੋ ਵਾਲਾ, ਕਿ ਉਹ ਸ਼ਹਿਰ ਰੂਪੀ ਅਵਸਥਾ ਜਿਸ ਵਿੱਚ ਸੰਗਣੀ बसो है ते उका शहर है। उहा गणी बसे मामूल, गणी का भाव है धनाड़, मामूल का अर्थ है रजे होए, जिन्हां ने संसार की भुख तो वो रजे होए हैं। भाव के उन्हां नूं संसार की भुख व्याप नहीं सकती, वो इस संसार की भुख तो उच्चे उठे हुए हैं अते नाम रूपी धन दे नाल रजे होए हैं। भाव के नाम रूपी धन दे नाल वो अमीर ने। भगत रविदास दसना करते हैं कि जिस शहर दे विच मैं रहंदा हां, वो शहर उगा है अते उस उत्थे रहन वाले सारे ही नाम रूपी नाम दे नाल धनाड़ ने। त्यों त्यों सैल करहे जो पावै, महल महल ना को अटकावै। सैल करहे दा भाव है कि तुरदे फिरदे रहंदे हन अपनी मर्जी दे नाल। जिस अवस्था दे विच असीं रहंदे हां, भगत रविदास दसना करदे ने कि जिस अवस्था दे विच मैं रहंदा हां, उत्थे अपनी मर्जी दे नाल असीं इधर उधर तुर सकदे हां। महरम दा अर्थ है वाकिफ, कि जिस महल दे विच जिस अवस्था दे वाकिफ ने, जानू ने, उस महल दे जो जानू ने, वो सानू कोई भी अड़ज ना भाव के रुकावट नहीं पा सकदे। महरम महल ना को अटकावै, कि ਅਸੀਂ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਤੁਰ ਸਕਦੇ ਹਾਂ। ਅਜਿਹੀ ਅਵਸਥਾ ਵਿੱਚ ਭਗਤ ਰਵਿਦਾਸ ਜੀ ਉਚਾਰਨ ਕਰਦੇ ਹਨ, ਕਹਿ ਰਵਿਦਾਸ ਕਲਾਸ ਚਮਾਰਾ, ਜੋ ਹਮ ਸ਼ਹਰੀ ਸੋ ਮੀਤ ਹਮਾਰਾ। ਭਗਤ ਰਵਿਦਾਸ ਜੀ ਉਚਾਰਨ ਕਰਦੇ ਹਨ ਕਿ ਜੋ ਉਸ ਸੰਸਾਰ ਰੂਪੀ ਭਾਵ ਕੇ ਉਸ ਅਵਸਥਾ ਦੇ ਵਿੱਚ ਰਹਿੰਦੇ ਹਨ, ਉੱਥੇ दुखों तो भाव के दुखों तो चिंता तो खलासी प्राप्त करने वाले ही रहते हैं। जो हम शहरी जिस शहर दे विच असीं रहंदे हां, सो मीत हमारा, कि जिन्हां ने दुख तो तकलीफां तो पापां तो खलासी मुक्ति प्राप्त कर ली है, सो साडा भाई वो सत्संगी है, साडा मित्र है, क्योंकि साडे नाल उस अवस्था दे विच विचर रहा है। सो इस पावन शब्द द्वारा भगत रविदास जी सानू उस कर्मखंड की अवस्था, उस अवस्था ਨੂੰ ਬਿਆਨ ਕਰਦੇ ਹੋਏ ਇਸ ਪਾਵਨ ਸ਼ਬਦ ਦੁਆਰਾ ਉਪਦੇਸ਼ ਕਰਦੇ ਹਨ कि जिस विच कोई दुख ना, कोई पाप नहीं, कोई कर नहीं, कोई टैक्स नहीं। सो इस पावन शब्द का उपदेश साडे ਹਿਰਦੇ ਦੇ ਵਿੱਚ ਵਸ ਜਾਵੇ, जिस ਨੂੰ
ਭਗਤ ਰਵਿਦਾਸ ਜੀ ਬਿਆਨ ਕਰਦੇ ਹਨ। ਸੋ ਕਥਾ ਵਿਚਾਰਾ ਕਰਦੇ ਹਾਂ। ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।